ਤੁਹਾਨੂੰ ਪਤਾ ਜੀ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਮਜੀਠਾ ਹਲਕੇ ਦੀ ਕੀ ਸਥਿਤੀ ਸੀ, ਮਜੀਠੇ ਦੇ ਲੋਕਾਂ ਦੇ ਨਾਲ ਕੀ ਕੁਝ ਹੋ ਰਿਹਾ ਸੀ। ਬਾਅਦ ਵਿੱਚ ਹਾਈ ਕਮਾਂਡ ਨੂੰ ਪੈਰ ਤੇ ਟਾਈਮ ਟੂ ਟਾਈਮ ਅਸੀਂ ਆਪਦੀਆਂ ਮੁਸ਼ਕਲਾਂ ਦੱਸਦੇ ਰਹੇ, ਜਿਹਦਾ ਕੋਈ ਸੋਲੂਸ਼ਨ ਕੋਈ ਹੱਲ ਨਹੀਂ ਨਿਕਲ ਸਕਿਆ। ਕਿ ਜੇ ਤੁਸੀਂ ਐਸੀ ਭਾਈਚਾਰੇ ਦਾ ਸੀਐਮ ਅਨਾਉਂਸ ਕਰਕੇ ਉਸ ਨੂੰ ਬਣਾ ਦਿੱਤਾ ਤੇ ਹੁਣ ਉਸ ਨੂੰ ਹਟਾ ਕੇ ਸਿੱਧੂ ਜਾਂ 2022 ਦੇ ਵਿੱਚ ਨਵਾਂ ਸੀਐਮ ਫੇਸ ਕਿਉਂ ਬਣਾ ਰਹੇ ਹੋ। ਸ਼੍ਰੀਮਤੀ ਸੋਨੀਆ ਗਾਂਧੀ ਜੀ ਵੱਲੋਂ ਇੱਕ ਮੈਸੇਜ ਆਉਂਦਾ ਕਿ ਮੈਂ ਪਾਰਟੀ ਨੂੰ ਵਿਵਾਦਾਂ ਦੇ ਵਿੱਚ ਨਹੀਂ ਲੈ ਜਾਣਾ ਚਾਹੁੰਦੀ, ਇਸ ਕਰਕੇ ਜਿਹੜਾ 22 ਦਾ ਫੇਸ ਹੋਊਗਾ ਇਲੈਕਸ਼ਨ ਤੋਂ ਬਾਅਦ ਅਨਾਉਂਸ ਕੀਤਾ ਜਾਊਗਾ। ਐਸੀ ਫੇਸ ਨੂੰ ਅਨਾਉਂਸ ਕਰਕੇ ਐਸੀ ਮੋਢੇ ਤੇ ਰੱਖ ਕੇ ਬੰਦੂਕ ਚਲਾ ਕੇ ਆਪਣੀ ਗਵਰਨਮੈਂਟ ਬਣਾਉਂਦੇ ਜੇ ਔਰ ਰਿਜ਼ਲਟ ਤੋਂ ਬਾਅਦ ਆਪਣਾ ਫੈਸਲਾ ਵਾਪਸ ਲੈਂਦੇ ਜੇ ਔਰ ਇਹ ਸਾਡੇ ਨਾਲ ਦੂਜੀ ਵਾਰ ਧੋਖਾ ਹੋਊਗਾ। ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਨੇੜੇ ਆਉਂਦਾ ਹੈ ਤਾਂ ਉਦੋਂ ਹੀ ਪੰਜਾਬ ਵਿੱਚ 1984 ਦਾ ਮੁੱਦਾ ਭਖਦਾ ਨਜ਼ਰ ਆਉਂਦਾ ਹੈ। ਇਸ ਵਾਰ ਫਿਰ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ 1984 ਦਾ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਾਰ ਕਾਂਗਰਸ ਦੇ ਵਰਕਰ ਹੀ ਕਾਂਗਰਸ ਦੇ ਉੱਤੇ ਸਵਾਲ ਖੜੇ ਕਰਦੇ ਦਿਖਾਈ ਦੇ ਰਹੇ ਨੇ। ਇਸੇ ਦੌਰਾਨ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸੀ ਵਿਧਾਇਕ ਵਰਕਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਹਾਈਕਮਾਂਡ ਅਤੇ ਸੋਨੀਆ ਗਾਂਧੀ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਅਗਰ ਕਾਂਗਰਸ ਹਾਈਕਮਾਂਡ ਨੇ ਜਗਦੀਸ਼ ਟੈਟਲਰ ਨੂੰ ਸਜ਼ਾ ਨਾ ਦਿਵਾਈ ਅਤੇ 2022 ਵਿੱਚ ਪੰਜਾਬ ਵਿੱਚ ਸੀਐਮ ਦਾ ਚਿਹਰਾ ਐਸੀ ਭਾਈਚਾਰੇ 'ਚੋਂ ਨਾ ਰੱਖਿਆ ਤਾਂ ਉਹ ਕਾਂਗਰਸ ਦਾ ਪੱਲਾ ਛੱਡ ਕੇ ਜਾ ਸਕਦੇ ਨੇ। ਉੱਥੇ ਟਕਸਾਲੀ ਕਾਂਗਰਸੀ ਆਗੂ ਜਸਮਿੱਤਰ ਸਿੰਘ ਮਜੀਠੀਆ ਨੇ ਅੱਜ ਤੋਂ ਕਾਂਗਰਸ ਪਾਰਟੀ ਛੱਡਣ ਦਾ ਫੈਸਲਾ ਲਿਆ। ਜਸਮਿੱਤਰ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਮਜੀਠਾ ਵਿਧਾਨ ਸਭਾ ਹਲਕਾ 'ਚ ਕੰਮ ਕਰਦੇ ਰਹੇ ਨੇ। ਇਸ ਦੌਰਾਨ ਉਹਨਾਂ ਨੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਮੋਢੇ ਨਾਲ ਮੋਢਾ ਲਗਾ ਕੇ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ, ਪਰ ਬੜੇ ਲੀਡਰਾਂ ਅਤੇ ਵਰਕਰਾਂ ਨਾਲ ਹਮੇਸ਼ਾ ਹੀ ਧੋਖਾ ਹੁੰਦਾ ਰਿਹਾ ਹੈ। ਇਸੇ ਲਈ ਜਿੱਥੇ ਕੱਲ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ, ਉੱਥੇ ਅੱਜ ਉਹ ਵੀ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਮੇਰਾ ਨਾਮ ਜਸਮਿੱਤਰ ਸਿੰਘ ਮਜੀਠਾ ਕਾਂਗਰਸ ਤੋਂ ਜ਼ਿਲ੍ਹਾ ਕਾਂਗਰਸ ਦਿਹਾਤੀ ਤੋਂ ਜਨਰਲ ਸੈਕਟਰੀ ਹਾਂ ਜੀ। ਅੱਜ ਤੁਹਾਡੇ ਸਾਹਮਣੇ ਆਪਣਾ ਪੱਖ ਆਪਣੇ ਵਿਚਾਰ ਰੱਖਣ ਦਾ ਇੱਕ ਬੜਾ ਮੁੱਖ ਮਕਸਦ ਆ ਕਿ ਤੁਹਾਡੇ ਜ਼ਰੀਏ ਅਸੀਂ ਆਪਣੀ ਗੱਲ ਸਮੁੱਚੇ ਲੋਕਾਂ ਤੱਕ ਪਹੁੰਚਾ ਸਕੀਏ। ਤੁਹਾਨੂੰ ਪਤਾ ਜੀ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਮਜੀਠਾ ਹਲਕੇ ਦੀ ਕੀ ਸਥਿਤੀ ਸੀ, ਮਜੀਠੇ ਦੇ ਲੋਕਾਂ ਦੇ ਨਾਲ ਕੀ ਕੁਝ ਹੋ ਰਿਹਾ ਸੀ, ਉਸ ਦੇ ਬਾਬਤ ਬਾਅਦ ਵਿੱਚ ਹਾਈ ਕਮਾਂਡ ਨੂੰ ਪੈਰ ਤੇ ਟਾਈਮ ਟੂ ਟਾਈਮ ਅਸੀਂ ਆਪਦੀਆਂ ਮੁਸ਼ਕਲਾਂ ਦੱਸਦੇ ਰਹੇ, ਜਿਹਦਾ ਕੋਈ ਸੋਲੂਸ਼ਨ ਕੋਈ ਹੱਲ ਨਹੀਂ ਨਿਕਲ ਸਕਿਆ। ਬਾਅਦ ਵਿੱਚ ਜਦੋਂ ਪਤਾ ਲੱਗਾ ਜੀ ਐਸੀ ਭਾਈਚਾਰੇ ਨੂੰ ਲੈ ਕੇ ਐਸੀ ਭਾਈਚਾਰੇ ਨੂੰ ਖੁਸ਼ ਕਰਨ ਲਈ ਕਾਂਗਰਸ ਹਾਈ ਕਮਾਂਡ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਮੁੱਖ ਮੰਤਰੀ ਬਣਾ ਦਿੱਤਾ। ਮੁੱਖ ਮੰਤਰੀ ਬਣਾਉਣ ਤੋਂ ਬਾਅਦ ਜੋ ਸਥਿਤੀਆਂ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਵੱਲੋਂ ਸਾਹਮਣੇ ਕੀਤੀਆਂ ਗਈਆਂ, ਪੇਸ਼ ਕੀਤੀਆਂ ਗਈਆਂ, ਕਿਹੜੇ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਚੱਲਣ ਨਹੀਂ ਸੀ ਦੇ ਰਹੇ, ਕਿਹੜੇ ਤਰੀਕੇ ਦੇ ਨਾਲ ਉਹ ਉਹਨਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਪਾ ਰਹੇ ਸੀ, ਉਸ ਦੇ ਬਾਬਤ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ 26 ਅਕਤੂਬਰ ਨੂੰ ਅਸੀਂ ਇੱਕ ਪ੍ਰੈਸ ਮੀਟਿੰਗ ਰੱਖੀ। ਪ੍ਰੈਸ ਕਾਨਫਰੰਸ ਦੇ ਜ਼ਰੀਏ ਆਪਣਾ ਮੈਸੇਜ ਹਾਈ ਕਮਾਂਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹ ਮੈਸੇਜ ਇਹ ਸੀ ਕਿ ਜੇ ਤੁਸੀਂ ਐਸੀ ਭਾਈਚਾਰੇ ਦਾ ਸੀਐਮ ਅਨਾਉਂਸ ਕਰਕੇ ਉਸ ਨੂੰ ਬਣਾ ਦਿੱਤਾ ਤੇ ਹੁਣ ਉਸ ਨੂੰ ਹਟਾ ਕੇ ਸਿੱਧੂ ਜਾਂ 2022 ਦੇ ਵਿੱਚ ਨਵਾਂ ਸੀਐਮ ਫੇਸ ਕਿਉਂ ਬਣਾ ਰਹੇ ਹੋ। ਕਿਉਂ ਤੁਸੀਂ ਆਪ ਹੀ ਕਹਿ ਰਹੇ ਸੀ ਕਿ ਦੂਜੀਆਂ ਪਾਰਟੀਆਂ ਐਸੀ ਫੇਸ ਨੂੰ ਅੱਗੇ ਲਿਆਉਣ ਦੀ ਗੱਲ ਕਰ ਰਹੀਆਂ, ਕੋਈ ਕਹਿ ਰਿਹਾ ਡਿਪਟੀ ਸੀਐਮ ਬਣਾਵਾਂਗੇ, ਕੋਈ ਕਹਿ ਰਿਹਾ ਸੀਐਮ ਬਣਾਵਾਂਗੇ, ਲੇਕਿਨ ਕਾਂਗਰਸ ਕਹਿ ਰਹੀ ਵੀ ਅਸੀਂ ਉਸ ਚੀਜ਼ ਨੂੰ ਪੂਰਾ ਕਰ ਦਿੱਤਾ। ਸਾਡਾ ਉਹਨਾਂ ਨੂੰ ਸਵਾਲ ਸੀ, ਬੇਨਤੀ ਸੀ, ਜੇ ਤੁਸੀਂ ਇਹ ਚੀਜ਼ ਸਾਡੇ ਲਈ ਕੀਤੀ ਹੈ, ਐਸੀ ਭਾਈਚਾਰੇ ਨੂੰ ਮਾਣ ਦਿੱਤਾ, ਕੀ ਉਹ ਸਿਰਫ 3 ਮਹੀਨੇ ਲਈ ਦਿੱਤਾ ਕਿ 2022 ਲਈ ਵੀ ਉਹ ਚੀਜ਼ ਸਟੈਂਡ ਕਰੋਗੇ। ਸੀਨੀਅਰ ਲੀਡਰਸ਼ਿਪ ਦਾ ਇਹੀ ਮੈਸੇਜ ਸੀ ਕਿ 2022 ਦੇ ਵਿੱਚ ਵੀ ਕਾਂਗਰਸ ਵਿੱਚ ਐਸੀ ਫੇਸ ਹੀ ਹੋਏਗਾ, ਚਾਹੇ ਉਹ ਚੰਨੀ ਜੀ ਹੁੰਦੇ ਆ ਜਾਂ ਕੋਈ ਹੋਰ ਹੁੰਦਾ। ਲੇਕਿਨ ਉਸ ਤੋਂ ਬਾਅਦ ਸ਼੍ਰੀਮਤੀ ਸੋਨੀਆ ਗਾਂਧੀ ਜੀ ਵੱਲੋਂ ਇੱਕ ਮੈਸੇਜ ਆਉਂਦਾ ਕਿ ਮੈਂ ਪਾਰਟੀ ਨੂੰ ਵਿਵਾਦਾਂ ਦੇ ਵਿੱਚ ਨਹੀਂ ਲੈ ਜਾਣਾ ਚਾਹੁੰਦੀ, ਇਸ ਕਰਕੇ ਜਿਹੜਾ 22 ਦਾ ਫੇਸ ਹੋਊਗਾ ਇਲੈਕਸ਼ਨ ਤੋਂ ਬਾਅਦ ਅਨਾਉਂਸ ਕੀਤਾ ਜਾਊਗਾ। ਫਿਰ ਮੈਂ ਉਹ ਦੁਬਾਰੇ ਗੱਲ ਕਰ ਰਿਹਾ, ਉਸ ਦੇ ਮਕਸਦ ਦੇ ਨਾਲ ਜਿਹੜੀ 26 ਅਕਤੂਬਰ ਨੂੰ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਰੱਖੀ ਸੀ, ਉਹਦੇ ਜ਼ਰੀਏ ਹਾਈ ਕਮਾਂਡ ਨੂੰ ਇੱਕ ਬੇਨਤੀ, ਇੱਕ ਮੈਸੇਜ, ਇੱਕ ਸੁਝਾਅ ਦਿੱਤਾ ਕਿ ਜਿਵੇਂ 1984 ਦੇ ਵਿੱਚ ਪੰਜਾਬ ਦੇ ਨਾਲ ਕਾਂਗਰਸ ਹਾਈ ਕਮਾਂਡ ਵੱਲੋਂ ਉਹ ਭਾਣਾ ਜਾਂ ਉਹਦੀ ਗਵਰਨਮੈਂਟ ਦੇ ਵਿੱਚ ਉਹ ਸਰਕਾਰ ਦੇ ਟਾਈਮ ਦੇ ਵਿੱਚ ਉਹ ਭਾਣਾ ਪੰਜਾਬੀਅਤ ਪੰਜਾਬ ਔਰ ਸਿੱਖਾਂ ਦੇ ਨਾਲ ਵਾਪਰਿਆ,
ਜੇ ਇਹ ਚੀਜ਼ ਤੁਸੀਂ ਕਰਕੇ ਐਸੀ ਫੇਸ ਨੂੰ ਅਨਾਉਂਸ ਕਰਕੇ ਐਸੀ ਮੋਢੇ ਤੇ ਰੱਖ ਕੇ ਬੰਦੂਕ ਚਲਾ ਕੇ ਆਪਣੀ ਗਵਰਨਮੈਂਟ ਬਣਾਉਂਦੇ ਜੇ ਔਰ ਰਿਜ਼ਲਟ ਤੋਂ ਬਾਅਦ ਆਪਣਾ ਫੈਸਲਾ ਵਾਪਸ ਲੈਂਦੇ ਜੇ ਔਰ ਇਹ ਸਾਡੇ ਨਾਲ ਦੂਜੀ ਵਾਰ ਧੋਖਾ ਹੋਊਗਾ। ਉਹ ਸਿਰਫ ਇੱਕ ਮੈਸੇਜ ਸੀ, ਇੱਕ ਸੁਝਾਅ ਸੀ। ਪਾਰਟੀ ਦਾ ਵਫਾਦਾਰ ਸਾਥੀ ਹੋਣ ਦੇ ਨਾਤੇ ਮੇਰਾ ਔਰ ਸਾਡੇ ਸਾਥੀਆਂ ਦਾ, ਸਮੁੱਚੇ ਸਾਥੀਆਂ ਦਾ ਫਰਜ਼ ਬਣਦਾ ਸੀ ਕਿ ਪਾਰਟੀ ਨੂੰ ਅਸੀਂ ਆਪਣੀ ਰਾਏ ਦਈਏ, ਕਿਉਂਕਿ 22 ਦੀ ਇਲੈਕਸ਼ਨ ਸਿਰ ਦੇ ਉੱਤੇ ਆ। ਉਸ ਤੋਂ ਬਾਅਦ ਕੀ ਹੁੰਦਾ ਜੀ, ਐਸੀ ਮਸਲੇ ਨੂੰ ਉਹਨਾਂ ਨੇ ਸਾਈਡ ਤੇ ਕਰਤਾ। ਉਹਨਾਂ ਨੇ ਮੇਰੀ ਇਸ ਗੱਲ ਨੂੰ 1984 ਨੂੰ ਇਸ਼ੂ ਬਣਾ ਲਿਆ ਵੀ ਤੂੰ ਕੌਣ ਹੁੰਦਾ ਇਹ ਗੱਲ ਨੂੰ ਚੁੱਕਣ ਵਾਲਾ। 4-5 ਦਿਨ ਦੇ ਬਾਅਦ ਕਰੀਬ ਮੇਰੇ ਖਿਆਲ ਜਗਦੀਸ਼ ਟਾਟਲਰ ਨੂੰ ਉਹਨਾਂ ਨੇ ਕੁਝ ਅਹਿਮ ਕਮੇਟੀ ਦਾ ਨੁਮਾਇੰਦਾ ਜਾਂ ਕੁਝ ਮੈਂਬਰ ਚੁਣ ਲਿਆ। ਚੁਣ ਤੋਂ ਬਾਅਦ ਫਿਰ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਇਹ ਚੀਜ਼ ਇਸ ਤਰ੍ਹਾਂ ਹੋ ਗਈ ਆ, ਹੁਣ ਤੂੰ ਕੀ ਕਰੇਂਗਾ। ਮੈਂ ਇਹ ਚੀਜ਼ ਦਾ ਅਫਸੋਸ ਵੀ ਆ, ਗਮ ਵੀ ਆ ਕਿ ਮੈਂ ਸਿੱਖ ਫੈਮਿਲੀ ਨਾਲ ਬਿਲੋਂਗ ਕਰਦਾ, ਚਾਹੇ ਉਹ ਮੈਂ ਕਾਂਗਰਸ ਦੇ ਵਿੱਚ ਆ। ਕੀ ਅਸੀਂ ਆਪਣੇ ਸਮਾਜ ਦੀ, ਆਪਣੇ ਧਰਮ ਦੀ, ਆਪਣੀ ਕਮਿਊਨਿਟੀ ਦੀ ਗੱਲ ਨਹੀਂ ਚੁੱਕ ਸਕਦੇ? ਇਹ ਕਾਂਗਰਸ ਵਾਲੇ ਜਿਹੜੇ ਸਾਡੇ ਸੀਨੀਅਰ ਸਾਥੀ ਸਾਨੂੰ ਉਹ ਗੱਲ ਚੁੱਕਣ ਤੋਂ ਕਿਉਂ ਦਬਾਉਂਦੇ ਆ, ਕਿਉਂ ਡਰਾਉਂਦੇ ਆ? ਮੈਂ ਇਹਨਾਂ ਨੂੰ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਕਿ 10 ਸਾਲ ਮਜੀਠੇ ਦੇ ਵਿੱਚ ਜੋ ਸਾਡੇ ਨਾਲ ਹੋਈਆਂ ਬੀਤੀਆਂ ਸੰਤਾਪ ਅਸੀਂ ਭੋਗਿਆ, ਸਾਨੂੰ ਉਸ ਚੀਜ਼ ਦਾ ਕੋਈ ਡਰ ਨਹੀਂ ਆ, ਤੇ ਤੁਹਾਡੇ ਦਬਕਿਆਂ ਦਾ ਸਾਨੂੰ ਕੀ ਡਰ ਹੋਊਗਾ? ਇਸ ਲਈ ਹਾਈ ਕਮਾਂਡ ਨੂੰ ਉਸ ਤੋਂ ਬਾਅਦ ਫਿਰ ਅਪਰੋਚ ਕਰਨ ਤੋਂ ਬਾਅਦ, ਬਾਰ-ਬਾਰ ਉਹਨਾਂ ਨੂੰ ਸੁਨੇਹਾ ਦੇਣ ਤੋਂ ਬਾਅਦ ਉਹਨਾਂ ਨੇ ਸਾਡੀਆਂ ਦੋਨਾਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੱਢਿਆ। ਉਲਟਾ ਆਪਣੇ ਸੀਨੀਅਰ ਲੀਡਰਸ਼ਿਪ ਦੇ ਕੁਝ ਆਗੂਆਂ ਦੇ ਜਰੀਏ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਗਵਰਨਮੈਂਟ ਜਦੋਂ ਆਊਗੀ ਕਾਂਗਰਸ ਦੀ ਤੇ ਤੁਹਾਨੂੰ ਇਸ ਚੀਜ਼ ਦਾ ਅਸੀਂ ਜਵਾਬ ਦੇਵਾਂਗੇ ਵੀ ਤੁਸੀਂ ਕੌਣ ਹੁੰਦੇ ਜੇ 1984 ਦੀ ਗੱਲ ਕਰਨ ਵਾਲੇ। ਅਸੀਂ ਸਿਰਫ ਇੱਕ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ, ਲੇਕਿਨ ਉਹ ਇੱਕ ਮਸ਼ਵਰੇ ਨੂੰ ਜਾਤੀ ਤੌਰ ਤੇ ਰੰਗ ਲੈ ਕੇ ਚਲ ਗਏ ਆ। ਔਰ ਉਸ ਤੋਂ ਬਾਅਦ 2-2.5 ਮਹੀਨੇ ਬੀਤਣ ਤੋਂ ਬਾਅਦ ਅਸੀਂ ਸਾਰੇ ਸਾਥੀਆਂ ਨਾਲ ਗੱਲ ਕੀਤੀ ਆ। ਪੰਜਾਬ ਦੇ ਵਿੱਚ ਬੈਠੇ ਨੇ, ਹਲਕੇ ਦੇ ਵਿੱਚ ਬੈਠੇ ਨੇ, ਜ਼ਿਲ੍ਹੇ ਦੇ ਵਿੱਚ ਬੈਠੇ ਨੇ, ਕੋਨੇ-ਕੋਨੇ 'ਚ ਬੈਠੇ ਨੇ, ਸਾਰਿਆਂ ਨੂੰ ਗੱਲ ਦੱਸੀ ਵੀ ਆਹ ਚੀਜ਼ ਦੀ ਮੁਸ਼ਕਲ ਆਪਾਂ ਨੂੰ ਆ ਰਹੀ ਹੈ, ਭਾਈਚਾਰੇ ਨੂੰ ਆ ਰਹੀ ਹੈ। ਜੇ ਅਸੀਂ ਸਿੱਖ ਕੌਮ ਦੀ ਗੱਲ ਕੀਤੀ ਆ, ਆਪਣੇ ਭਾਈਚਾਰੇ ਦੀ ਗੱਲ ਕੀਤੀ ਆ, ਧਰਮ ਦੀ ਗੱਲ ਕੀਤੀ ਆ, ਇਹ ਸਾਨੂੰ ਉਸ ਚੀਜ਼ ਤੇ ਦਬਾ ਰਹੇ ਨੇ, ਪ੍ਰੈਸ਼ਰ ਪਾ ਰਹੇ ਨੇ। ਉਸ ਤੋਂ ਬਾਅਦ ਸਾਰਿਆਂ ਦਾ ਫੈਸਲਾ ਇਹ ਕੀਤਾ ਗਿਆ ਕਿ ਜੇ ਸਾਨੂੰ ਕਾਂਗਰਸ ਬਰਦਾਸ਼ਤ ਨਹੀਂ ਕਰਦੀ, ਸਾਡੀਆਂ ਮੁਸ਼ਕਲਾਂ ਨੂੰ ਬਰਦਾਸ਼ਤ ਨਹੀਂ ਕਰਦੀ, ਸਾਡੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ, ਸਿਰਫ ਸਾਨੂੰ ਵਰਤਦੀ ਆ, ਤੇ ਫਿਰ ਅਸੀਂ ਵਰਤਣ ਜੋਗੇ ਹੈ ਨਹੀਂ ਆ। ਤੇ ਡਰ ਸਾਨੂੰ ਪਹਿਲਾਂ ਵੀ ਕਿਸੇ ਦਾ ਨਹੀਂ ਸੀ ਤੇ ਡਰ ਸਾਨੂੰ ਹੁਣ ਵੀ ਇਹਨਾਂ ਦਾ ਹੈ ਨਹੀਂ ਆ। ਇਸ ਕਰਕੇ ਜੇ ਤੁਸੀਂ ਸਾਨੂੰ ਨਹੀਂ ਬਰਦਾਸ਼ਤ ਕਰ ਸਕਦੇ ਤੇ ਸਾਡਾ ਤੁਹਾਡੇ ਵਿੱਚ ਦਮ ਘੁੱਟਦਾ, ਅਸੀਂ ਤੁਹਾਡੇ ਵਿੱਚ ਨਹੀਂ ਰਹਿ ਸਕਦੇ। ਤੁਹਾਡੇ ਜਰੀਏ ਇਹ ਮੈਸੇਜ ਆ ਕਿ ਜੇ ਕਾਂਗਰਸ ਸਾਨੂੰ ਇਸ ਚੀਜ਼ ਨੂੰ ਲੈ ਕੇ ਦਬਾਅ ਪਾਉਂਦੀ ਆ ਤੇ ਅਸੀਂ ਆਪਣੇ ਪੰਜਾਬ ਦੇ ਕੋਨੇ-ਕੋਨੇ ਵਿੱਚ ਬੈਠੇ ਸਾਥੀਆਂ ਨਾਲ ਵਿਚਾਰ ਕਰ ਚੁੱਕੇ ਆ ਤੇ ਅਸੀਂ ਕਾਂਗਰਸ ਛੱਡ ਕੇ ਆਪਣਾ ਕੋਈ ਨਵਾਂ ਆਗੂ ਵੇਖਾਂਗੇ ਜਿਹੜਾ ਸਾਡੇ ਧਰਮ ਨੂੰ ਲੈ ਕੇ ਚੱਲੇ, ਸਾਡੇ ਧਰਮ ਦੀਆਂ ਮੁਸ਼ਕਲਾਂ ਹੱਲ ਕਰੇ। ਜੋ ਕੁਝ ਸਾਡੇ ਨਾਲ ਹੋ ਚੁੱਕਾ ਜਾਂ ਹੋ ਰਿਹਾ ਅੱਜ ਕੱਲ੍ਹ, ਉਹ ਚੀਜ਼ ਨੂੰ ਸਾਨੂੰ ਉਸ ਚੀਜ਼ ਤੋਂ ਨਿਜਾਤ ਦਿਵਾ ਸਕੇ। ਉਹ ਜਿਹੜੀਆਂ ਮੁਸ਼ਕਲਾਂ ਸਾਡੇ ਤੇ ਪੇਸ਼ ਆ ਰਹੀਆਂ ਵਾ, ਉਹ ਮੁਸ਼ਕਲਾਂ ਨੂੰ ਹੱਲ ਕਰ ਸਕੇ, ਭਾਈਚਾਰੇ ਦਾ ਹੱਲ ਕਰ ਸਕੇ ਜੀ। ਪਹਿਲਾਂ ਲਾਲੀ ਮਜੀਠੀਆ ਵੱਲੋਂ ਜਿਹੜਾ ਦੀ ਜੁਆਇਨਿੰਗ ਕੀਤੀ ਸੀ, ਉਹਨਾਂ ਦੀ ਆਪਣੀ ਨਿੱਜੀ ਸੋਚ ਸੀ। ਕਿਹੜੇ ਸਾਥੀਆਂ ਨਾਲ ਉਹਨਾਂ ਡਿਸਕਸ ਕੀਤੀ, ਕਿਹੜੇ ਸਾਥੀਆਂ ਨਾਲ ਉਹਨਾਂ ਵਿਚਾਰ ਕੀਤੀ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ ਜੀ। ਤੁਸੀਂ ਬੜਾ ਲੰਮਾ ਚਿਰ ਨਾਲ ਰਹੇ ਹੋ, ਕੀ ਲੱਗਦਾ ਕਿ ਤੁਹਾਡੇ ਵਰਗੇ ਜਿਹੜੇ ਜੁਝਾਰੂ ਵਰਕਰ ਸੀਗੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕਿ ਲਾਲੀ ਮਜੀਠੀਆ ਨੂੰ ਕਿਸੇ ਜਗ੍ਹਾ ਤੇ ਮੂਵ ਕਰਨਾ, ਕਿਉਂਕਿ ਪਰਚੇ ਵੀ ਬਹੁਤ ਦਰਜ ਹੋਏ ਸੀਗੇ ਲਾਲੀ ਮਜੀਠੀਆ ਕਰਕੇ ਤੁਹਾਡੇ ਤੇ ਵੀ, ਬਿਲਕੁਲ, ਬਾਕੀ ਹੋਰ ਸਾਥੀਆਂ ਦੇ ਵੀ, ਕਿ ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਨਹੀਂ ਸੀ? ਬਿਲਕੁਲ ਜੀ, ਤੁਸੀਂ ਸਾਰੇ ਭਲੀ ਭਾਂਤੂ ਜਾਣਦੇ ਹੋ। ਮਤਲਬ 10 ਤੋਂ 15 ਸਾਲ ਲਾਲੀ ਜੀ ਦੇ ਨਾਲ ਸਟੈਂਡ ਰਹੇ ਆ ਜੀ। 5-4 ਫੇਸ ਕੁਛ ਇੱਦਾਂ ਦੇ ਸੀ ਜਿਹੜੇ ਲਾਲੀ ਦੇ ਨਾਲ 24 ਘੰਟੇ ਰਹਿੰਦੇ ਸੀ, ਸਾਰੀਆਂ ਮੁਸ਼ਕਲਾਂ ਉਹਨਾਂ ਦੀਆਂ ਆਪਣੇ ਤੇ ਲੈਂਦੇ ਸੀ। ਤੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਤੇ ਨਾਲ ਗੱਲ ਕੀਤੀ ਆ ਜੀ, ਬਾਅਦ ਵਿੱਚ ਸਾਡੇ ਕਿਸੇ ਨਾਲ ਕੋਈ ਡਿਸਕਸ ਨਹੀਂ ਹੋਈ। ਸਾਡਾ ਉਹਨਾਂ ਦੇ ਨਾਲ ਰਹਿਣ ਦਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਅਕਾਲੀ ਦਲ ਨੇ ਕੀਤਾ ਸੀ ਔਰ ਇਸ 5 ਸਾਲ ਦੇ ਵਿੱਚ ਕਾਂਗਰਸ ਨੇ ਵੀ ਸਾਡੇ ਤੇ ਕੀਤਾ। ਕਾਂਗਰਸ ਆਉਂਦਿਆਂ ਸਾਰੇ ਮੇਰੇ ਤੇ 2 ਪਰਚੇ ਹੋ ਗਿਆ ਜੀ। ਮਾਝੇ ਦੀ ਕਾਂਗਰਸ ਨੇ ਕਰਵਾਏ ਆ ਜੀ। ਉਹ ਇਸ ਕਰਕੇ ਕਰਵਾਏ ਆ ਕਿ ਅਸੀਂ ਉਹ ਸਾਡੇ ਕੰਮਾਂ 'ਚ ਇੰਟਰਫੇਅਰ ਕਰਦੇ ਸੀ ਮਜੀਠੇ ਦੇ ਵਿੱਚ, ਅਸੀਂ ਉਹਨਾਂ ਨੂੰ ਡੱਕਦੇ ਹਾਂ। ਕਾਂਗਰਸ ਵਿੱਚ ਰਹਿਣ ਦਾ ਕਰਕੇ ਸਾਨੂੰ ਇਹ ਖਮਿਆਜਾ ਭੁਗਤਣਾ ਪਿਆ। ਆਉਂਦੀ ਕਾਂਗਰਸ ਦੇ ਵਿੱਚ ਮੇਰੇ ਤੇ 2 ਪਰਚੇ ਹੋ ਗਏ ਜੀ। ਲਾਲੀ ਮਜੀਠੀਆ ਦਾ ਅਸਤੀਫਾ ਦੇਣ ਦਾ ਸਭ ਤੋਂ ਵੱਡਾ ਕਾਰਨ ਇਹ ਜੀ, ਕਹਿੰਦੇ ਮੈਂ ਵੀ ਘੁਟਿਆ ਮਹਿਸੂਸ ਕਰ ਰਿਹਾ ਸੀਗਾ, ਔਰ ਦੂਸਰੇ ਪਾਸੇ ਉਹ ਕਹਿੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਲਈ ਹਮੇਸ਼ਾ ਹੀ ਉਹਨਾਂ ਨੇ ਆਵਾਜ਼ ਚੁੱਕੀ ਕਿ ਉਹਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਜੀ। ਕਹਿੰਦੇ ਕੋਈ ਵੀ ਉਹਨੂੰ ਜੋ ਪਨਿਸ਼ਮੈਂਟ ਸੀਗੀ ਉਹ ਨਹੀਂ ਮਿਲੀ, ਇਸ ਕਰਕੇ ਮੈਂ ਛੱਡ ਰਿਹਾ। ਕੀ ਤੁਹਾਨੂੰ ਲੱਗਦਾ ਹੈ ਕਿ ਲਾਲੀ ਮਜੀਠੀਆ ਜੋ ਹੁਣ ਕੋਰਟ ਕਰ ਰਹੇ ਨੇ ਬਿਲਕੁਲ ਠੀਕ ਹੈ? ਕਿਉਂਕਿ ਲਗਾਤਾਰ 4.5 ਸਾਲ ਜਿਹੜੀ ਆ ਸੱਤਾ ਵੀ ਭੋਗੀ ਗਈ, ਉਸ ਤੋਂ ਬਾਅਦ ਉਹਨਾਂ ਕੋਲ ਜਿਹੜਾ ਚੇਅਰਮੈਨੀਆਂ ਵੀ ਲਿੱਤੀਆਂ ਗਈਆਂ ਨੇ, ਕੀ ਲੱਗਦਾ ਕਿ ਹੁਣ ਇਸ ਸਮਾਂ ਸੀ ਅਸਤੀਫਾ ਦੇਣ ਦਾ ਉਹਨਾਂ ਦਾ? ਇਹਦੇ ਵਿੱਚ ਉਹਨਾਂ ਦੀ ਆਪਣੀ ਨਿੱਜੀ ਸੋਚ ਆ ਜੀ ਵੀ ਉਹ ਕੀ ਸੋਚ ਕੇ ਗਏ ਆ। ਮੈਂ ਪਹਿਲਾਂ ਤੁਹਾਨੂੰ ਕਹਿ ਚੁੱਕਾ ਵੀ ਸਾਡੇ ਨਾਲ ਇਸ ਮੈਟਰ ਤੇ ਕੋਈ ਡਿਸਕਸ ਨਹੀਂ ਉਹਨਾਂ ਦਾ ਹੋਇਆ ਜੀ। ਤੁਸੀਂ ਕਰ ਸਕਦੇ ਇਨ ਫਿਊਚਰ ਆਮ ਆਦਮੀ ਪਾਰਟੀ ਜੁਆਇਨ, ਜੇ ਦੇਖੋ ਤੁਸੀਂ ਕਹਿੰਦੇ ਚੰਗਾ ਕਿ ਰਾਤ ਕੋਈ ਲੀਡਰ ਤੁਹਾਨੂੰ ਨਹੀਂ, ਵੇਖੋ ਆਮ ਆਦਮੀ ਦਾ ਅਜੇ ਤੱਕ ਸਾਨੂੰ ਉਹ ਪੱਖ ਸਾਹਮਣੇ ਨਹੀਂ ਆਇਆ
ਕਿ ਉਹ ਜਿਹੜੀਆਂ ਸਾਡੀਆਂ, ਮੈਂ ਸਿੱਧਾ ਡਾਇਰੈਕਟਲੀ ਤੁਹਾਨੂੰ ਕਹਿੰਦਾ ਵੀ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਬਰਗਾੜੀ ਕਾਂਡ ਹੋ ਗਿਆ ਜੀ, ਅੱਜ ਕੱਲ੍ਹ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਕਿਹੜਾ ਬੰਦਾ ਸਾਨੂੰ ਇਸ ਤੋਂ ਰਾਤ ਦਿਲਾਊਗਾ? ਕਿਉਂਕਿ ਜਦੋਂ ਜੇ ਸਾਡੀ ਜਥੇਬੰਦੀਆਂ ਗੱਲ ਚੁੱਕਦੀਆਂ ਤੇ ਜਥੇਬੰਦੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਉਹਨਾਂ ਨੂੰ ਦਬਾਇਆ ਜਾਂਦਾ ਵੀ ਤੁਸੀਂ ਕੌਣ ਹੁੰਦੇ ਜੇ ਕਾਨੂੰਨ ਹੱਥ ਵਿੱਚ ਲੈਣ ਵਾਲੇ, ਫਿਰ ਕੌਣ ਕਰੂਗਾ ਗੱਲ? ਤੁਹਾਨੂੰ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਜਾਂ ਲਾਲੀ ਮਜੀਠੀਆ ਦਾ ਆਪਸ 'ਚ ਕੁਝ ਨਾ ਕੁਝ ਗੱਲਬਾਤ ਵੀ ਹੋ ਸਕਦੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕਾਂਗਰਸ ਦੀ ਪਾਰਟੀ ਹੋਣ ਤੋਂ ਬਾਅਦ ਫਿਰ ਮਾਮਲੇ ਦਰਜ ਹੋਏ ਸੀਗੇ? ਨਹੀਂ, ਇਹਦੇ ਵਿੱਚ ਮੈਂ ਕਲੀਅਰ ਕਹਿਣਾ ਵੀ ਲਾਲੀ ਔਰ ਬਿਕਰਮ ਦਾ ਕੋਈ ਸਬੰਧ ਨਹੀਂ ਹੈਗਾ ਜੀ, ਇਹ ਬਿਲਕੁਲ ਕਲੀਅਰ ਆ ਜੀ, ਇਹ ਸਿਰਫ ਮਨ ਘੜਤ ਗੱਲਾਂ ਜੀ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੇ ਵਿੱਚ ਪਲੜਾ ਭਾਰੀ ਹੈ ਜੀ। ਤੇ ਇਹ ਕਾਰਨ ਤਾਂ ਨਹੀਂ ਵੀ ਸਰ ਜਿਹੜਾ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਵਾਰ ਜਿਹੜਾ ਸੀਐਮ ਦਾ ਚਿਹਰਾ ਜਿਹੜਾ ਨਹੀਂ ਅਨਾਉਂਸ ਕੀਤਾ ਗਿਆ ਸੀ? ਬਿਲਕੁਲ, ਇਹ ਸਭ ਤੋਂ ਪਹਿਲਾਂ ਤੇ ਇਹ ਗੱਲ ਬੜੀ ਸੋਚਣ ਵਾਲੀ ਹੈ। ਰਾਹੁਲ ਗਾਂਧੀ ਜੀ ਸੁਪਰੀਮ ਨੇ ਪਾਰਟੀ ਦੇ, ਉਹਨਾਂ ਨੇ ਇਕੱਲੇ ਨਵਜੋਤ ਸਿੱਧੂ ਨੂੰ ਹੀ ਕਿਉਂ ਅਹਿਮੀਅਤ ਦਿੱਤੀ ਹੈ? ਬਾਕੀ ਸੀਨੀਅਰ ਲੀਡਰਸ਼ਿਪ ਜਿਹੜੀ ਲੰਮੇ ਸਮੇਂ ਤੋਂ ਜਿਨ੍ਹਾਂ ਨੇ ਆਪਣੀਆਂ ਸਾਰੀ ਦੀ ਸਾਰੀ ਉਮਰਾਂ ਕਾਂਗਰਸ ਦੇ ਵਿੱਚ ਗਾਲਤੀਆਂ, ਉਹਨਾਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਬਿਨਾਂ ਭਰੋਸੇ ਵਿੱਚ ਲੈਣ ਤੋਂ ਬਾਅਦ, ਬਿਨਾਂ ਭਰੋਸੇ ਤੋਂ ਲਏ ਹਰੇਕ ਚੀਜ਼ 'ਚ ਨਵਜੋਤ ਸਿੱਧੂ ਨੂੰ ਅੱਗੇ ਕੀਤਾ ਜਾ ਰਿਹਾ ਵਾ। ਇਹਦੇ ਵਿੱਚ ਕਿਤੇ ਨਾ ਕਿਤੇ ਤਾਂ ਮੈਂ ਇਹ ਕਹਿ ਰਿਹਾ ਵੀ ਰਾਹੁਲ ਗਾਂਧੀ ਜੀ ਔਰ ਨਵਜੋਤ ਸਿੱਧੂ ਦੀ ਆਪਣੀ ਇੱਕ ਸੋਚ ਚੱਲ ਰਹੀ ਹੈ ਜਿਹੜੀ ਪੰਜਾਬ ਨੂੰ ਕੈਪਚਰ ਕਰਨ ਦੀ, ਬਿਨਾਂ ਕਿਸੇ ਦੇ ਰਾਏ ਮਸ਼ਵਰੇ ਤੋਂ। ਤੁਹਾਨੂੰ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਅਗਲਾ ਸੀਐਮ ਜਿਹੜਾ ਅਨਾਉਂਸ ਕਰਨ ਵਾਲੇ, ਜਿਹੜੇ ਹਿਸਾਬ ਨਾਲ ਉਹ ਬਾਰ-ਬਾਰ ਕਹਿ ਰਹੀ ਸਟੇਜਾਂ ਦੇ ਉੱਪਰ ਕਿ ਮੈਨੂੰ ਟਾਈਮ ਦਿਓ, ਮੈਂ ਕਰਕੇ ਦਿਖਾਊਂਗਾ, ਮੈਨੂੰ ਟਾਈਮ ਦਿਓ, ਮੈਂ ਕਰਕੇ ਦਿਖਾਊਂਗਾ, ਨੈਚੁਰਲੀ ਇਹ ਬਣਦਾ ਜੀ ਨਵਜੋਤ ਸਿੱਧੂ ਨੂੰ ਹੀ ਰਾਹੁਲ ਗਾਂਧੀ ਜੀ ਉਹ ਕਰਨਗੇ। 1984 ਨੂੰ ਲੈ ਕੇ ਤੁਸੀਂ ਅਕਸਰ ਹੁਣ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ 1984 ਦੇ ਜਿਹੜੇ ਕਲਪਿਟ ਸੀ ਉਹਨਾਂ ਨੂੰ ਸਜ਼ਾ ਨਹੀਂ ਮਿਲੀ, ਚਾਹੇ ਜਗਦੀਸ਼ ਟਾਈਟਲ ਹੋਣ ਚਾਹੇ ਸੱਜਣ ਕੁਮਾਰ ਹੋਵੇ। ਕੀ ਲੱਗਦਾ ਹੈ ਕਿ ਕਿਉਂਕਿ ਪੰਥਕ ਪਾਰਟੀ ਸਿਰਫ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੀ ਹੈ, ਕੀ ਲੱਗਦਾ ਕਿ ਉਹੀ ਇਹਦਾ ਹੱਲ ਕੱਢ ਸਕਦੇ ਆ ਜਾਂ ਤੁਸੀਂ ਵੀ ਉਧਰ ਮੂਵ ਕਰ ਸਕਦੇ ਜੇ ਜਿਸ ਤਰ੍ਹਾਂ ਜੋ ਤੁਸੀਂ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਧਰ ਤੇ ਨਹੀਂ ਮੂਵ ਹੋਣ ਦੀ ਤਿਆਰੀ ਹੋ ਰਹੀ? ਨਹੀਂ ਜੀ, ਉਧਰ ਉਹਨਾਂ ਨੂੰ ਆਪਾਂ ਦੇਖ ਚੁੱਕੇ ਹਾਂ ਜੀ। 1984 ਤੋਂ ਬਾਅਦ ਕਿੰਨਾ ਸਮਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਟਾਈਮ ਮਿਲਿਆ, ਉਹਨਾਂ ਨੇ ਕੀ ਕੀਤਾ? ਉਸ ਤੋਂ ਬਾਅਦ ਬਰਗਾੜੀ ਹੋਇਆ ਜੀ, ਬਰਗਾੜੀ ਕਾਂਡ ਹੋਇਆ, ਉਸ ਤੋਂ ਬਾਅਦ ਲਗਾਤਾਰ ਗੁਰੂ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋ ਰਹੀ ਆ, ਕੀ ਉਹਨਾਂ ਦਾ ਰੋਲ ਸੀ? ਸਵਾਏ ਸਿਆਸਤ ਤੋਂ ਉਹਨਾਂ ਨੇ ਕਿਸੇ ਕੁਛ ਨਹੀਂ ਕੀਤਾ। ਮੈਨੂੰ ਇੱਕ ਚੀਜ਼ ਦੀ ਸ਼ਰਮ ਆਉਂਦੀ ਆ ਕਿ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਤੁਹਾਨੂੰ ਹੋਰ ਕੋਈ ਮੁੱਦੇ ਨਹੀਂ ਲੱਭਦੇ? ਉਹਨਾਂ ਦੀ ਬੇਅਦਬੀਆਂ ਹੋ ਰਹੀਆਂ, ਤੁਸੀਂ ਉਹ 'ਤੇ ਰਾਜਨੀਤੀ ਕਰ ਰਹੇ ਹੋ, ਤੁਹਾਨੂੰ ਤਾਂ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ। ਉਹਨਾਂ ਵੱਲ ਜਾਣ ਦਾ ਕੋਈ ਵਿਚਾਰ ਨਹੀਂ ਹੈ ਜੀ। ਏਵਨ ਮੀਡੀਆ ਲਈ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ।